ਇਹ ਨਿਸ਼ਾ ਨਾਂ ਦੀ ਇੱਕ ਲੜਕੀ ਜੋ ਬਠਿੰਡਾ ਦੇ ਵਿੱਚ ਇੱਕ ਚਾਹ ਵੇਚਣ ਦਾ ਕੰਮ ਕਰਦੀ ਹੈ ਤੇ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਹੈਗੀ ਤੇ ਨਾਲੇ ਇਹਨਾਂ ਨੇ ਦੱਸਿਆ ਹੈ ਕਿ ਤਾਈਕਵਾਂਡੋ ਗੇਮ ਦੀ ਨੈਸ਼ਨਲ ਪਲੇਅਰ ਵੀ ਹੈ ਜਿਸ ਨੇ ਇਸ ਗੇਮ ਦੇ ਵਿੱਚੋਂ ਸਿਲਵਰ ਤੇ ਬ੍ਰੌਂਜ਼ ਮੈਡਲ ਵੀ ਹਾਸਲ ਕੀਤੇ ਨੇ। ਸਾਡੇ ਘਰ ਦੇ ਹਾਲਾਤਾਂ ਕਰਕੇ ਮੈਨੂੰ ਚਾਹ ਦਾ ਕੰਮ ਕਰਨਾ ਪਿਆ, ਮੰਮੀ ਨਾਲ ਹੈਲਪ ਕਰਨੀ ਪੈਂਦੀ ਹੈ। ਪਹਿਲਾਂ ਡੈਡੀ ਵੀ ਸੀਗੇ, ਹੁਣੇ ਉਹਨਾਂ ਦੀ ਡੈਥ ਹੋਈ ਹੈ ਥੋੜੇ ਕੁ ਮਹੀਨੇ ਪਹਿਲਾਂ। ਤਾਈਕਵਾਂਡੋ ਗੇਮ ਤਾਂ ਮੈਂ ਪਿਛਲੇ 5 ਸਾਲਾਂ ਤੋਂ ਕਰ ਰਹੀ ਹਾਂ। ਜਲੰਧਰ ਵਿੱਚ ਮੇਰਾ ਸਿਲਵਰ ਮੈਡਲ ਸੀਗਾ, ਉਸ ਤੋਂ ਨੈਸ਼ਨਲ ਸੀ ਉਦੋਂ ਮੇਰਾ ਸਿਲਵਰ ਮੈਡਲ ਸੀਗਾ, ਤੇ ਹੁਸ਼ਿਆਰਪੁਰ ਵਿੱਚ ਮੇਰਾ ਬ੍ਰੌਂਜ਼ ਮੈਡਲ ਸੀਗਾ, ਤੇ ਜਦੋਂ ਆਗਰੇ ਗਈ ਸੀ ਉਦੋਂ ਵੀ ਮੇਰਾ ਬ੍ਰੌਂਜ਼ ਮੈਡਲ ਸੀਗਾ। ਤੇ ਕਿੰਨਾ ਕੁ ਕਮਾ ਲੈਂਦੇ ਹੋਗੇ ਫਿਰ ਤੁਸੀਂ ਆ ਚਾਹ ਵੇਚ ਕੇ? ਕਮਾਈ ਦਾ ਤਾਂ ਜਿਹੜਾ ਕਮਾਈ ਜਾਂਦੇ ਆ ਉਹ ਤਾਂ ਸਾਰਾ ਲੱਗੀ ਜਾਂਦਾ ਹੈ ਸਿਲੰਡਰ ਤੇ ਜਾਂ ਫਿਰ ਘਰ ਦੇ ਸਾਰੇ ਖਰਚੇ। ਕੋਈ ਇਹ ਨਹੀਂ ਹੈ ਕਿ ਸੇਵਿੰਗ ਹੋ ਜਾਏ ਜਾਂ ਕੁਛ ਅੱਡ ਤੋਂ ਪੈਸਾ ਕਈ ਵਾਰੀ ਲੋੜ ਵੀ ਪੈ ਜਾਏ ਨਾ, ਐਵੇਂ ਨਹੀਂ ਹੈ ਕਿ ਘਰੇ ਪਏ ਹੁਣ 10-15 ਹਜ਼ਾਰ ਕੀ ਲਾ ਦਈਏ ਅਸੀਂ, ਫਿਰ ਕਿਵੇਂ ਮਰਜੀ ਲੋਕਾਂ ਤੋਂ ਲੈ ਕੇ ਉਧਾਰ ਵਗੈਰਾ ਫਿਰ ਆਪੇ ਬਾਅਦ ਚ ਕਰਜ਼ ਉਤਾਰਨਾ ਪੈਂਦਾ। पढ़ाने लिखाने का मतलब ये है कि जैसे नौकरी मिल जाए तब तो ठीक है, अगर नौकरी नहीं मिलती तो मुश्किल है कि इतना पढ़ाई लिखाई में पैसे लगाओ और ना काम बने तो फिर मुश्किल होता है। क्योंकि ऐसे तो जब हमको घर का ही काम करना तो 8वीं 10वीं बहुत है। ਸੋ ਗੱਲਬਾਤ ਕਰਦੇ ਹਾਂ ਨਿਸ਼ਾ ਦੇ ਨਾਲ। ਨਿਸ਼ਾ ਜਿਹੜੀ ਹੈ ਚਾਹ ਵੇਚਣ ਦਾ ਕੰਮ ਕਰਦੀ ਹੈ, ਤਾਈਕਵਾਂਡੋ ਗੇਮ ਦੀ ਨੈਸ਼ਨਲ ਪਲੇਅਰ ਹੈ, ਸਿਲਵਰ ਮੈਡਲ ਜਿੱਤ ਚੁੱਕੀ ਹੈ। ਕਿੱਦਾਂ ਦੇ ਹਾਲਾਤ ਨੇ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ। ਨਿਸ਼ਾ, ਚਾਹ ਵੇਚਣ ਦਾ ਕੰਮ ਕਰਦੇ ਹੋ, ਕਿਉਂ ਕਰਨੇ ਪਏ, ਕਿੱਦਾਂ ਦੇ ਹਾਲਾਤ ਨੇ, ਥੋੜਾ ਜਿਹਾ ਉਹਦੇ ਬਾਰੇ ਵੀ ਦੱਸ। ਸਾਡੇ ਘਰ ਦੇ ਹਾਲਾਤਾਂ ਕਰਕੇ ਮੈਨੂੰ ਚਾਹ ਦਾ ਕੰਮ ਕਰਨਾ ਪਿਆ, ਮੰਮੀ ਨਾਲ ਹੈਲਪ ਕਰਨੀ ਪੈਂਦੀ ਹੈ, ਕਿਉਂਕਿ ਘਰ ਦੇ ਵਿੱਚ ਸਿਰਫ ਮੇਰੀ ਫੈਮਿਲੀ ਵਿੱਚ 5 ਜਣੇ ਅਸੀਂ, ਤੇ 3 ਵੱਡੀ ਦੀਦੀ ਹੈ ਮੇਰੀ, ਇੱਕ ਭਰਾ ਹੈਗਾ ਵੱਡਾ, ਉਹ ਸਾਰੇ ਵਿਆਹੇ ਹੋਏ ਆ, ਤੇ ਮੇਰਾ ਭਰਾ ਵੀ ਵਿਆਹਿਆ ਹੋਇਆ, ਉਹਦੀ ਅੱਡ ਫੈਮਿਲੀ ਹੈ, ਤੇ ਮੈਂ ਮੇਰੇ ਮੰਮੀ ਹੈਗੇ। ਹੁਣ ਪਹਿਲਾਂ ਡੈਡੀ ਵੀ ਸੀਗੇ, ਹੁਣੇ ਉਹਨਾਂ ਦੀ ਡੈਥ ਹੋਈ ਹੈ ਥੋੜੇ ਕੁ ਮਹੀਨੇ ਪਹਿਲਾਂ, ਤੇ ਤਾਈਓ ਫਿਰ ਘਰ ਦਾ ਗੁਜ਼ਾਰਾ ਕਰਨਾ, ਕਿਉਂਕਿ ਰੈਂਟ ਤੇ ਰਹਿੰਦੇ ਅਸੀਂ, ਤੇ ਰੈਂਟ ਦੇਣਾ 3000, ਉਹ ਫਿਰ ਬਿਜਲੀ ਦਾ ਬਿੱਲ ਦੇਣਾ ਉਹਨਾਂ ਕਈ ਆ ਜਾਂਦਾ, ਉਹ ਵੀ 3000, ਫਿਰ ਸਾਰਾ ਕੁਝ ਕਰਨਾ, ਸੀਵਰੇਜ ਦਾ ਬਿੱਲ ਦੇਣਾ ਸੌਖਾ ਥੋੜ੍ਹਾ, ਫਿਰ ਤਾਈਓ ਆ ਕੰਮ ਕਰਨਾ ਪਿਆ। ਕਿੰਨਾ ਚਿਰ ਹੋ ਗਿਆ ਤੁਸੀਂ ਮੰਮੀ ਦਾ ਹੱਥ ਵੰਡਾਉਂਦੇ ਹੋਗੇ ਇੱਥੇ? ਮੈਂ ਤਾਂ ਜਵਾਕ ਜੀ ਸੀ, ਮੈਨੂੰ ਇੰਨਾ ਨਹੀਂ ਪਤਾ ਸੀ ਵੀ ਕੀ ਆ ਕੁਝ ਵੀ। ਮੰਮੀ ਨਾਲ ਹੀ ਮੈਂ ਪਹਿਲਾਂ ਤੋਂ ਹੀ ਖੜਦੀ ਆ, 2012 ਵਿੱਚ ਜਦੋਂ ਮੇਰੇ ਡੈਡੀ ਪੈਰਾਲਾਈਜ਼ ਹੋ ਗਿਆ ਸੀ ਉਹਨਾਂ ਨੂੰ, ਉਸ ਤੋਂ ਬਾਅਦ ਮੈਂ ਮੰਮੀ ਨਾਲ ਹੀ ਉਹਨਾਂ ਨਾਲ ਹੀ ਕੰਮ ਕਰਾਂਦੀ। ਤਾਈਕਵਾਂਡੋ ਗੇਮ ਤਾਂ ਮੈਂ ਪਿਛਲੇ 5 ਸਾਲਾਂ ਤੋਂ ਕਰ ਰਹੀ ਹਾਂ, ਤੇ ਸਭ ਤੋਂ ਪਹਿਲਾਂ ਰੇਲਵੇ ਗਰਾਊਂਡ ਵਿੱਚ ਮੇਰੀ ਬੈਸਟ ਫਰੈਂਡ ਮੈਨੂੰ ਲੈ ਕੇ ਗਈ ਸੀ ਨੇਹਾ, ਤੇ ਉਸ ਤੋਂ ਬਾਅਦ ਮੈਂ ਕੰਟੀਨਿਊ ਕਰ ਰਹੀ ਹਾਂ। ਕਈ ਵਾਰੀ ਛੱਡਣੀ ਵੀ ਪੈ ਜਾਂਦੀ ਹੈ ਗੇਮ ਆਪਣੇ ਘਰ ਦੇ ਹਾਲਾਤਾਂ ਕਰਕੇ, ਜਦੋਂ ਘਰੇ ਕੋਈ ਕੰਮ ਹੁੰਦਾ ਜਾਂ ਫਿਰ ਮੰਮੀ ਬਿਮਾਰ ਹੋ ਗਏ, ਡੈਡੀ ਬਿਮਾਰ ਹੋ ਗਏ ਸੀ, ਉਦੋਂ ਕਰਨਾ ਪੈਂਦਾ ਸੀ ਐਵੇਂ। ਬਾਕੀ ਮੈਂ ਆਪਣੀ ਗੇਮ ਵੀ ਕਰਦੀ ਹੁੰਦੀ ਹਾਂ, ਤੇ ਹੁਣ ਕਈ ਵਾਰੀ ਕਾਫੀ ਟੂਰਨਾਮੈਂਟ ਵੀ ਮੈਂ ਖੇਡੇ ਹੋਏ ਆ। ਸਭ ਤੋਂ ਪਹਿਲਾਂ ਮੈਂ ਆਗਰਾ ਗਈ ਸੀ ਖੇਡਣ, ਤੇ ਉਸ ਤੋਂ ਬਾਅਦ ਮੈਂ ਹੁਸ਼ਿਆਰਪੁਰ, ਜਲੰਧਰ, ਹੋਰ ਵੀ ਕਈ ਥਾਵਾਂ ਤੇ ਗਈ ਹਾਂ, ਨਕੋਦਰ ਵਗੈਰਾ ਤੇ ਜਲੰਧਰ ਵਿੱਚ ਮੇਰਾ ਸਿਲਵਰ ਮੈਡਲ ਸੀਗਾ, ਉਸ ਤੋਂ ਨੈਸ਼ਨਲ ਸੀ ਉਦੋਂ ਮੇਰਾ ਸਿਲਵਰ ਮੈਡਲ ਸੀਗਾ, ਤੇ ਹੁਸ਼ਿਆਰਪੁਰ ਵਿੱਚ ਮੇਰਾ ਬ੍ਰੌਂਜ਼ ਮੈਡਲ ਸੀਗਾ, ਤੇ ਜਦੋਂ ਆਗਰੇ ਗਈ ਸੀ ਉਦੋਂ ਵੀ ਮੇਰਾ ਬ੍ਰੌਂਜ਼ ਮੈਡਲ ਸੀਗਾ ਫਸਟ ਟਾਈਮ। ਕਦੇ ਫਾਇਦਾ ਮਿਲਿਆ ਤੁਹਾਨੂੰ ਗੇਮ ਕਰਨ ਤੋਂ ਬਾਅਦ? ਫਾਇਦਾ ਤਾਂ ਹਲੇ ਤੱਕ ਤਾਂ ਨਹੀਂ ਮਿਲਿਆ। ਤੇ ਫਿਰ ਇਦਾਂ ਜਿਵੇਂ ਹੁਣ ਤੁਸੀਂ ਦੱਸਿਆ ਕਿ ਵੀ ਚਾਹ ਵੇਚਣੀ ਪੈਂਦੀ ਹੈਗੀ, ਬੜਾ ਔਖਾ ਗੁਜ਼ਾਰਾ ਹੁੰਦਾ ਹੈਗਾ, ਤੇ ਕਿੰਨਾ ਕੁ ਕਮਾ ਲੈਂਦੇ ਹੋਗੇ ਫਿਰ ਤੁਸੀਂ ਆ ਚਾਹ ਵੇਚ ਕੇ? ਕਮਾਈ ਦਾ ਤਾਂ ਜਿਹੜਾ ਕਮਾਈ ਜਾਂਦੇ ਆ ਉਹ ਤਾਂ ਸਾਰਾ ਲੱਗੀ ਜਾਂਦਾ ਹੈ ਸਿਲੰਡਰ ਤੇ ਜਾਂ ਫਿਰ ਘਰ ਦੇ ਸਾਰੇ ਖਰਚੇ। ਕੋਈ ਇਹ ਨਹੀਂ ਹੈ ਕਿ ਸੇਵਿੰਗ ਹੋ ਜਾਏ ਜਾਂ ਕੁਛ ਅੱਡ ਤੋਂ ਪੈਸਾ ਕਈ ਵਾਰੀ ਲੋੜ ਵੀ ਪੈ ਜਾਏ ਨਾ, ਐਵੇਂ ਨਹੀਂ ਹੈ ਕਿ ਘਰੇ ਪਏ ਹੁਣ 10-15 ਹਜ਼ਾਰ ਕੀ ਲਾ ਦਈਏ ਅਸੀਂ, ਫਿਰ ਕਿਵੇਂ ਮਰਜੀ ਲੋਕਾਂ ਤੋਂ ਲੈ ਕੇ ਉਧਾਰ ਵਗੈਰਾ ਫਿਰ ਆਪੇ ਬਾਅਦ ਚ ਕਰਜ਼ ਉਤਾਰਨਾ ਪੈਂਦਾ। ਫਿਰ ਇਹ ਜਿਹੜਾ ਲੋਕਡਾਊਨ ਹੋਇਆ ਸੀਗਾ, ਲੋਕਡਾਊਨ ਦੇ ਵਿੱਚ ਤਾਂ ਫਿਰ ਜ਼ਿਆਦਾ ਦਿੱਕਤਾਂ ਆਈਆਂ ਹੋਣਗੀਆਂ ਤੁਹਾਨੂੰ? ਹਾਂਜੀ, ਲੋਕਡਾਊਨ ਵਿੱਚ ਅਸੀਂ ਨਿਊ ਬਠਿੰਡਾ ਫਰਨੀਚਰ ਵਾਲੇ ਹੈਗੇ, ਉਹਨਾਂ ਤੋਂ ਅਸੀਂ ਪੈਸੇ ਲਿੱਤੇ ਸੀਗੇ ਉਧਾਰ, ਮੰਮੀ ਨੇ ਲਿੱਤੇ ਸੀਗੇ। ਫਿਰ ਉਸ ਤੋਂ ਬਾਅਦ ਦੁਕਾਨਦਾਰ ਵੀ ਜਾਣਦੇ ਆ, ਬੰਦੇ ਨੂੰ ਪਤਾ ਹੀ ਹੈ ਕਿਹੋ ਜਿਹੇ ਆ, ਪੈਸੇ ਜਦੋਂ ਉਧਾਰ ਲੈਂਦੇ ਅਸੀਂ ਦੇ ਹੀ ਦਿੰਦੇ ਆ, ਫਿਰ ਉਹ ਵੀ ਦੇ ਦਿੰਦੇ ਸੀ ਐਵੇਂ, ਤੇ ਫਿਰ ਮੁੜ ਕੇ ਪੈਸੇ ਮੰਮੀ ਨੇ ਉਧਾਰ ਲੈ ਲਏ ਇਹਨਾਂ ਤੋਂ,
ਤੇ ਜਦੋਂ ਹੁਣ ਲੋਕਡਾਊਨ ਖਤਮ ਹੋਇਆ ਫਿਰ ਸਾਰਾ ਕੁਝ ਪੈਸੇ ਅਸੀਂ ਚਾਹ ਵਗੈਰਾ ਵੇਚ ਕੇ ਜਦੋਂ ਦੁਕਾਨ ਖੁੱਲਣ ਲੱਗੀ ਰੇੜੀ ਫਿਰ ਸਾਰੇ ਤਾਰਤੇ ਸੀ। ਅੱਛਾ, ਮੈਂ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਅਖਬਾਰ ਤੇ ਪੈਂਪਲੇਟ ਵੰਡਦੇ ਵੀ ਵੇਖਿਆ ਸੀਗਾ, ਉਹ ਕਿੱਦਾਂ, ਉਹ ਪਾਰਟ ਟਾਈਮ ਕਰਦੇ ਹੋ ਫਿਰ? ਨਹੀਂ, ਉਹ ਵੈਸੇ ਹੀ ਕਿਸੇ ਨੇ ਕਿਹਾ ਸੀ ਵੀ ਪੈਂਪਲੇਟ ਵੰਡ ਦੇਂਗੀ, ਮੈਂ ਕਿਹਾ ਵੰਡ ਹੀ ਦੂੰਗੀ, ਇਹ ਕਿਹੜਾ ਚੋਰੀ ਦਾ ਕੰਮ ਹੈ, ਆਪਣੇ ਹੀ ਆ, ਮੈਂ ਕਿਹੜਾ ਚੋਰੀ ਕਰ ਰਹੀ ਹਾਂ। ਫਿਰ ਮੈਂ ਕਿਹਾ ਪੈਸੇ ਕਮਾਣੇ ਮੈਨੂੰ ਤਾਂ ਹਨਾ, ਫਿਰ ਮੈਂ ਵੇਚ ਸੀ। ਹਾਂਜੀ, ਪੜ੍ਹਾਈ ਕਿੱਥੋਂ ਤੱਕ ਹੈ? ਪੜ੍ਹਾਈ ਤਾਂ ਹੁਣ ਮੈਂ BA ਕਰ ਰਹੀ ਹਾਂ ਫਸਟ ਈਅਰ ਤੇ ਕੰਪਲੀਟ ਹੈਗਾ, ਬਸ ਸੈਕਿੰਡ ਸਮੈਸਟਰ ਦੀ ਸਟੱਡੀ ਕਰਨੀ ਆ ਹੁਣ। ਤੇ 10th ਚ ਮੇਰੇ 63% ਸੀਗੇ ਤੇ ਹੁਣ +2 ਚ ਮੇਰੇ 84% ਸੀਗੇ। ਤੇ ਫਿਰ ਸਕੂਲ ਕਾਲਜ ਕਿਹੜੇ ਵੇਲੇ ਜਾਂਦੇ ਹੋ ਫਿਰ? ਕਾਲਜ ਤਾਂ ਐਵੇਂ ਆ, ਹੁਣੇ ਤਾਂ ਲੱਗ ਨਹੀਂ ਰਹੇ ਤੇ ਕਈ ਵਾਰੀ ਜਦੋਂ ਜ਼ਿਆਦਾ ਜ਼ਰੂਰੀ ਕੰਮ ਪੈਂਦਾ ਫਿਰ ਉਦੋਂ ਚਲੇ ਜਾਂਦੇ ਆ। ਸਵੇਰੇ 8 ਵਜੇ 9 ਵਜੇ ਬੱਸ ਹੁੰਦੀ ਆ, ਸਵੇਰੇ ਜਾਓ ਫਿਰ ਸ਼ਾਮ ਨੂੰ 4 ਵਜੇ ਤੱਕ ਵਾਪਸ ਆਉਂਦੇ ਆ। ਕਈ ਵਾਰੀ ਛੇਤੀ ਕੰਮ ਹੋ ਗਿਆ ਫਿਰ ਛੇਤੀ ਆ ਜਾਂਦੇ, ਨਹੀਂ ਤਾਂ ਫਿਰ ਇੰਨਾ ਟਾਈਮ ਹੈ। ਅੱਛਾ, ਫਿਰ ਚਾਹ ਦੇ ਅੱਡੇ ਤੇ ਕਿੰਨਾ ਸਮਾਂ ਦੇ ਬੰਦੇ ਤੁਸੀਂ ਮੰਮੀ ਦਾ ਹੈਲਪ? ਚਾਹ ਦੇ ਅੱਡੇ ਤੇ ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇੱਧਰ ਹੀ ਆਉਂਦੀ ਹਾਂ ਚਾਹ ਦੇ ਅੱਡੇ ਤੇ, ਮੇਰਾ ਭਰਾ ਖੜਾ ਜਾਂਦਾ ਤੇ ਫਿਰ ਮੈਂ ਹੁੰਦੀ ਹਾਂ ਸਵੇਰੇ। ਉਸ ਤੋਂ ਬਾਅਦ ਜੇ ਮੈਂ ਕਿਤੇ ਨਹੀਂ ਜਾਣਾ ਫਿਰ ਤਾਂ ਮੈਂ ਸਾਰਾ ਦਿਨ ਹੀ ਖੜੀ ਆ। ਮੰਮੀ ਘਰੇ ਹੁੰਦੇ ਆ, ਦੀਦੀ ਹੋਰੇ ਹੈਗੇ ਉਹਨਾਂ ਕੋਲ ਰਹਿੰਦੇ, ਜਵਾਕ ਹੈਗੇ ਛੋਟੇ ਛੋਟੇ ਸਾਂਭਣੇ ਔਖੇ ਆ। ਤੇ ਫਿਰ ਜਦੋਂ ਕਈ ਵਾਰੀ ਮੈਂ ਕਿਤੇ ਜਾਣਾ ਹੁੰਦਾ ਟੂਰਨਾਮੈਂਟ 'ਚ ਜਾਂ ਫਿਰ ਕਿਤੇ ਹੋਰ ਅਕੈਡਮੀ ਵਗੈਰਾ ਪ੍ਰੈਕਟਿਸ ਕਰਨੀ ਹੁੰਦੀ ਆ ਆਪਦੀ, ਫਿਰ ਘੰਟਾ ਕੁ ਕੱਢਣਾ ਹੀ ਪੈਂਦਾ ਆਪਣੇ ਲਈ, ਫਿਰ ਮੈਂ ਚਲੀ ਜਾਂਦੀ ਹਾਂ ਤੇ ਮੰਮੀ ਖੜ ਜਾਂਦੇ ਆ। ਨਿਸ਼ਾ, ਕਦੇ ਇਹ ਨਹੀਂ ਲੱਗਿਆ ਤੁਹਾਨੂੰ ਕਿ ਜਿੱਦਾਂ ਤੁਹਾਡੀ ਸੰਗਤ ਹੈ ਜਾਂ ਕਦੇ ਕਾਲਜ ਜਾਂਦੇ ਹੋਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਕਿ ਨਿਸ਼ਾ ਤਾਂ ਇੱਕ ਚਾਹ ਵੇਚਣ ਦਾ ਕੰਮ ਕਰਦੀ ਹੈਗੀ, ਕਦੇ ਇਦਾਂ ਦਾ ਤੁਹਾਨੂੰ ਰਿਅਲਾਈਜ਼ ਹੋਇਆ, ਕਦੇ ਸੋਚਿਆ? ਹਾਂਜੀ, ਕੀ ਕਹਿੰਦੇ ਨੇ ਦੋਸਤ? ਉਹ ਤਾਂ ਪਹਿਲਾਂ ਮੈਂ ਬਾਹਲਾ ਫੀਲ ਕਰਦੀ ਸੀ ਜਦੋਂ ਛੋਟੀ ਸੀ ਵੀ ਕਿਵੇਂ ਆ ਚਾਹ ਦਾ ਕੰਮ ਮਾੜਾ ਜਾਂ ਕੁਝ ਵੀ, ਉਦੋਂ ਮੈਨੂੰ ਇੰਨਾ ਨਹੀਂ ਪਤਾ ਸੀ। ਫਿਰ ਜਦੋਂ ਇੱਕ ਵਾਰੀ ਤਾਂ ਮੰਮੀ ਨੇ ਕਹਿਤਾ ਜਦੋਂ ਤੂੰ ਇੱਧਰੋਂ ਪੈਸੇ ਲੈ ਕੇ ਤੂੰ ਖਾ ਸਕਦੀ ਆ, ਕੱਪੜੇ ਪਾ ਸਕਦੀ ਆ ਇੱਧਰੋਂ ਪੈਸੇ ਲੈ ਕੇ, ਫਿਰ ਜਦੋਂ ਤੂੰ ਕੰਮ ਕਰਦੀ ਆ ਉਹ 'ਚ ਕੀ ਸ਼ਰਮ ਹੈ। ਫਿਰ ਉਸ ਤੋਂ ਬਾਅਦ ਮੈਂ ਕੋਈ ਸ਼ਰਮ ਹੀ ਨਹੀਂ ਕੀਤੀ। ਅੱਛਾ, ਕਦੇ ਫਰੈਂਡ ਸਰਕਲ ਦੇ ਵਿੱਚ ਵੀ ਕਿਤੇ ਨਾ ਕਿਤੇ ਮਹਿਸੂਸ ਕਰਵਾਉਣ ਵਾਲੇ ਵੀ ਹੋਣਗੇ ਜਿਹੜੇ ਤੁਹਾਨੂੰ ਮਹਿਸੂਸ ਕਰਵਾਉਂਦੇ ਹੋਣਗੇ, ਕਿਉਂਕਿ ਹਰ ਇੱਕ ਦੇ ਵਿੱਚ ਇਦਾਂ ਹੁੰਦਾ ਹੈਗਾ ਵੀ ਮੇਰੇ ਬਹੁਤ ਵਧੀਆ ਕੱਪੜੇ ਪਾਏ ਹੋਏ ਨੇ, ਮੇਰਾ ਬਹੁਤ ਵਧੀਆ ਲਾਈਫ ਸਟਾਈਲ ਹੈ, ਉਹਨਾਂ ਨੂੰ ਵੇਖ ਕੇ ਕਿਤੇ ਨਾ ਕਿਤੇ ਗੈਪ ਮਹਿਸੂਸ ਹੁੰਦਾ ਹੈਗਾ? ਨਹੀਂ, ਵੈਸੇ ਤਾਂ ਮੇਰੀ ਮੰਮੀ ਬਹੁਤ ਵਧੀਆ, ਉਹ ਮੇਰਾ ਸਾਰਾ ਕੁਝ ਕਰਦੇ ਆ। ਜੇ ਮੈਂ ਕੋਈ ਵੀ ਚੀਜ਼ ਕਹਿਦਾ ਹਨਾ ਉਹ ਮੇਰੀ ਸਾਰੀ ਵਿਸ਼ ਪੂਰੀ ਕਰਦੇ ਆ। ਤੇ ਬਾਕੀ ਮੇਰੇ ਫਰੈਂਡਸ ਵੀ ਬਹੁਤ ਵਧੀਆ, ਕੋਈ ਇਹੋ ਜਿਹਾ ਨਹੀਂ ਹੈ। ਤੇ ਬਾਕੀ ਜਿਹੜਾ ਇਹੋ ਜਿਹਾ ਕੁਝ ਕਹਿੰਦਾ ਵੀ ਹੈ ਨਾ ਮੈਂ ਇਗਨੋਰ ਹੀ ਕਰਦੀ ਆ, ਕਿਉਂਕਿ ਮੈਨੂੰ ਇਹਨਾਂ ਦੀ ਬਸ ਲੋਕਾਂ ਦੀ ਸੁਣਨ ਦੀ ਆਦਤ ਹੀ ਨਹੀਂ ਹੈ। ਜਦੋਂ ਪਤਾ ਹੀ ਆਪਾਂ ਰਾਈਟ ਆ ਤਾਂ ਫਿਰ ਹੋਰਾਂ ਦਾ ਕੀ ਆ, ਉਹਨਾਂ ਨੇ ਤਾਂ ਬੋਲਣਾ ਹੀ ਆ। ਤਾਇਕਵਾਂਡੋ ਤੁਸੀਂ ਗੇਮ ਕਰਦੇ ਹੋ ਤੇ ਇਸ ਨੂੰ ਲੈ ਕੇ ਤੁਹਾਨੂੰ ਕਿਹਨੇ ਗਾਈਡ ਕੀਤਾ ਸੀਗਾ ਕਿ ਤਾਇਕਵਾਂਡੋ ਦੀ ਗੇਮ ਕਰੋ? ਕਿਉਂਕਿ ਨੇਹਾ ਨੇ ਇਹ ਲੱਗਿਆ ਸੀ ਤੁਹਾਨੂੰ ਕਿ ਵੀ ਕੁੜੀਆਂ ਨੇ, ਹੁਣ ਤੁਸੀਂ ਅੰਦਰ ਬਾਹਰ ਜਦੋਂ ਜਾਂਦੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਸੈਲਫ ਡਿਫੈਂਸ ਦੀ ਲੋੜ ਪੈਂਦੀ ਹੋਣੀ ਹੈ ਜੀ। ਵੈਸੇ ਤਾਂ ਸਾਡੇ ਸਕੂਲ ਵਿੱਚ SSD ਸਕੂਲ ਵਿੱਚ ਸੰਨੀ ਸਰ ਆਉਂਦੇ ਹੁੰਦੇ ਸੀ, ਕੈਂਪ ਵੀ ਲਾ ਕੇ ਗਏ ਸੀ ਪਹਿਲਾਂ। ਤੇ ਫਿਰ ਜਦੋਂ ਮੇਰੀ ਫਰੈਂਡ ਤਾਂ ਬਚਪਨ ਤੋਂ ਕਰਦੀ ਆ, ਉਹ ਜਦੋਂ 4th ਕਲਾਸ 'ਚ ਸੀਗੀ, 3rd 4th 'ਚ, ਫਿਰ ਹੁਣ ਪਹਿਲਾਂ ਅਸੀਂ ਅੱਡ ਹੋ ਗਏ ਸੀ ਵਿੱਚ ਦੀ। ਫਿਰ ਜਦੋਂ SSD ਸਕੂਲ 'ਚ ਉਹ ਵੀ ਲੱਗ ਗਈ, ਪਹਿਲਾਂ ਮੈਂ ਲੱਗੀ ਸੀ ਫਿਰ ਉਹ ਲੱਗ ਗਈ। ਤੇ ਮੁੜ ਕੇ ਜਦੋਂ ਫਿਰ ਅਸੀਂ ਬੋਲਣ ਲੱਗੇ ਵਧੀਆ, ਫਿਰ ਉਸ ਤੋਂ ਬਾਅਦ ਉਹਨੇ ਦੱਸਿਆ ਵੀ ਗੇਮ ਵਗੈਰਾ ਕਰ ਲਾ ਤੂੰ ਵੀ। ਤੇ ਫਿਰ ਮੈਂ ਉਹਦੇ ਨਾਲ ਹੀ ਗਰਾਊਂਡ ਜਾਂਦੀ ਸੀ। ਪਹਿਲਾਂ ਗਰਾਊਂਡ 'ਚ ਕਰਾਉਂਦੇ ਸੀਗੇ ਸਰ ਪ੍ਰੈਕਟਿਸ, ਤੇ ਹੁਣ ਆਪਦੀ ਅਕੈਡਮੀ ਖੋਲ੍ਹ ਲਈ। ਅੱਛਾ, ਜਦੋਂ ਤੁਹਾਨੂੰ ਇਹ ਲੱਗਿਆ ਸੀਗਾ ਕਿ ਅਸੀਂ ਵੀ ਜਿੱਦਾਂ ਹੁਣ ਕੁੜੀ ਆ, ਇੱਕ ਕੁੜੀ ਹੋਣ ਤੋਂ ਬਾਅਦ ਜਿੱਦਾਂ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਆ, ਬਾਜ਼ਾਰ ਦੇ ਵਿੱਚ ਜਾਂਦੇ ਆਗੇ, ਇੱਕ ਸੈਲਫ ਡਿਫੈਂਸ ਦੀ ਜ਼ਰੂਰ ਸਾਨੂੰ ਲੋੜ ਪੈਂਦੀ ਹੈਗੀ, ਸਾਨੂੰ ਕਿਸੇ ਦੀ ਜ਼ਰੂਰਤ ਨਾ ਪਵੇ, ਇਸ ਕਰਕੇ ਅਸੀਂ ਇਹ ਤਾਇਕਵਾਂਡੋ ਗੇਮ ਕਰੀਏ। ਤੁਹਾਨੂੰ ਇਹ ਲੱਗਿਆ ਸੀਗਾ ਪਹਿਲਾਂ? ਹਾਂਜੀ ਹਾਂਜੀ, ਕਿਉਂਕਿ ਆਪਣੀ ਸੇਫਟੀ ਤਾਂ ਕਰਨੀ ਪੈਂਦੀ ਹੈ। ਪਤਾ ਹੀ ਅੱਜ ਕੱਲ੍ਹ ਦਾ ਮਾਹੌਲ ਕਿਹੋ ਜਿਹਾ, ਕੁਛ ਨਹੀਂ ਪਤਾ ਲੱਗਦਾ ਕਿੱਥੇ ਕੀ ਕਦੋਂ ਕੁਛ ਵੀ ਹੋ ਸਕਦਾ। ਤੇ ਤਾਈਓ ਕੁੜੀਆਂ ਨੂੰ ਤਾਂ ਸਪੈਸ਼ਲੀ ਸੈਲਫ ਡਿਫੈਂਸ ਸਿੱਖਣਾ ਹੀ ਚਾਹੀਦਾ ਆਪਣੀ ਸੇਫਟੀ ਲਈ। ਅੱਛਾ, ਕਿੰਨੀ ਉਮਰ ਹੋ ਗਈ ਤੁਹਾਡੀ? 17 ਸਾਲ। 17 ਸਾਲ ਦੇ ਹੋ ਗਏ ਹੋ। BO5 ਫਸਟ ਈਅਰ ਦੇ ਵਿੱਚ ਤੁਸੀਂ ਆਪਣੀ ਸਟੱਡੀ ਕਰ ਰਹੇ ਹੋ ਤੇ ਨਾਲ ਨਾਲ ਤਾਇਕਵਾਂਡੋ ਦੀ ਗੇਮ ਕਰ ਰਹੇ ਹੋ। ਇਹ ਮੈਨੂੰ ਦੱਸੋ ਕਿ ਵੀ ਜਿਹੜੀ ਤਾਇਕਵਾਂਡੋ ਦੀ ਗੇਮ ਤੁਸੀਂ ਕੀਤੀ ਹੈ, ਨੈਸ਼ਨਲ ਤੁਸੀਂ ਖੇਡੇ ਹੋ, ਸਿਲਵਰ ਤੁਸੀਂ ਮੈਡਲ ਜਿੱਤਿਆ, ਬ੍ਰੌਂਜ਼ ਮੈਡਲ ਹਾਸਲ ਕੀਤਾ ਨੈਸ਼ਨਲ ਦੇ ਵਿੱਚ, ਕਦੇ ਸਰਕਾਰਾਂ ਤੱਕ ਅਪੀਲ ਕੀਤੀ ਹੈਗੀ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਕੋਟੇ ਦੇ ਵਿੱਚ ਵੀ ਤੁਹਾਨੂੰ ਕੋਈ ਫਾਇਦਾ ਮਿਲ ਸਕੇ ਇਸ ਚੀਜ਼ ਨੂੰ ਲੈ ਕੇ, ਕਦੇ ਆ ਪੜ੍ਹਾਈ ਦੇ ਵਿੱਚ ਜਾਂ ਕਿਤੇ ਹੋਰ? ਨਹੀਂ, ਹੁਣੇ ਤੱਕ ਤਾਂ ਕੋਈ ਫਾਇਦਾ ਨਹੀਂ ਆਇਆ ਇਹਦਾ, ਨਾ ਪਹਿਲਾਂ ਅਸੀਂ ਕੀਤਾ ਹੀ ਨਹੀਂ। ਅੱਛਾ, ਜਿਹੜੇ ਹਾਲਾਤ ਨੇ ਗਰੀਬੀ ਦੇ ਕਾਰਨ ਤੁਹਾਨੂੰ ਇਹ ਨਹੀਂ ਲੱਗਿਆਗਾ ਵੀ ਮੈਂ ਜਿੱਦਾਂ ਹੁਣ ਤਾਇਕਵਾਂਡੋ ਦੀ ਗੇਮਸ ਕਰਦੇ ਆ ਤੇ ਉਹਦੇ ਵਿੱਚ ਤਾਂ ਟਾਈਮ ਬਹੁਤ ਚਾਹੀਦਾ ਹੈਗਾ, ਤੇ ਤੁਹਾਡੇ ਹਾਲਾਤ ਇਦਾਂ ਦੇ ਸੀਗੇ ਕਿ ਤੁਹਾਨੂੰ ਕਿੱਦਾਂ ਮੈਨੇਜ ਕਰਦੇ ਸੀਗੇ ਫਿਰ?
ਉਹ ਸਕੂਲ ਵੀ ਜਾਣਾ ਹੁੰਦਾ ਸੀ ਪਹਿਲਾਂ ਤਾਂ ਸਾਰਾ ਕੁਝ ਕਰਨਾ। ਸਕੂਲੋਂ ਤਾਂ ਅਸੀਂ ਜਿਵੇਂ ਸੰਦੀਪ ਸਕੂਲ 'ਚ ਸੀਗੀ ਪਹਿਲਾਂ, ਮੈਂ ਪਲੱਸ 1 2 'ਚ। ਫਿਰ ਇੱਧਰੋਂ ਮੈਮ ਵਧੀਆ ਸੀਗੇ, ਉਹ ਪਹਿਲਾਂ ਹੀ ਛੁੱਟੀ ਕਰ ਦਿੰਦੇ ਸੀਗੇ, ਸਤੀਸ਼ ਮੈਮ, ਤੇ ਉਹ ਮੈਮ ਛੁੱਟੀ ਕਰ ਦਿੰਦੇ ਸੀਗੇ। ਤੇ ਫਿਰ ਅਸੀਂ ਸਟੱਡੀ ਤਾਂ ਆਪ ਹੀ ਕਰਨੀ ਹੁੰਦੀ ਸੀ, ਫਿਰ ਸਟੱਡੀ ਬਾਅਦ 'ਚ ਕਰ ਲੈਂਦੇ ਸੀ, ਜਾਂ ਫਿਰ ਜਿਹੜਾ ਕੁਝ ਨਹੀਂ ਸਮਝ ਲੱਗਦਾ ਉਹ ਮੈਮ ਤੋਂ ਦੁਬਾਰਾ ਪੁੱਛ ਲੈਂਦੇ ਸੀ ਅਗਲੇ ਦਿਨ ਜਾ ਕੇ। ਗੇਮ ਦਾ ਟਾਈਮ ਤਾਂ ਕੱਢਣਾ ਹੀ ਪੈਂਦਾ ਸੀ, 4 ਤੋਂ 5 ਜਾਂ 3 ਤੋਂ 4 ਐਵੇਂ 1 ਘੰਟਾ ਤਾਂ ਲਾਣੀ ਹੈ। ਵੈਸੇ ਸਭ ਤੋਂ ਪਹਿਲਾਂ ਤਾਂ 4 ਤੋਂ 6 ਲਾਉਂਦੇ ਸੀ, ਅਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕਰਦੇ ਸੀ। ਤੇ ਫਿਰ ਮੁੜ ਕੇ ਹੁਣ ਪਲੱਸ 2 ਸੀਗੀ, ਫਿਰ ਪਲੱਸ 2 'ਚ ਆਪਣਾ ਵੀ ਸਟੱਡੀ ਜ਼ਰੂਰੀ ਸੀਗੀ, ਬੋਰਡ ਦੀ ਕਲਾਸ ਸੀਗੀ, ਫਿਰ ਇੱਧਰ ਵੀ ਦੇਖਿਆ ਤਾਈਓ ਫਿਰ ਘੰਟੇ ਦੀ ਕਰਤੀ, ਤੇ ਹੁਣ ਘੰਟਾ ਕੁ ਲਾਈ ਆਉਂਦੇ ਹਾਂ। ਭਵਿੱਖ ਤੁਸੀਂ ਡਿਸਾਈਡ ਕੀਤਾ ਹੋਊਗਾ ਕੁਝ ਨਾ ਕੁਝ ਵੀ ਅਸੀਂ ਮੈਂ ਆਪਣਾ ਟਾਰਗੇਟ ਅਚੀਵ ਇਹ ਕਰਨਾ ਚਾਹੁੰਦੀ ਹਾਂ ਕਿ ਅੱਗੇ। ਮੈਨੂੰ ਇਹ ਹੈ ਕਿ ਮੈਂ ਕੋਈ ਗਵਰਨਮੈਂਟ ਜੋਬ ਕਰਾਂ ਵਧੀਆ, ਤੇ ਬਾਕੀ ਦੇਖੋ ਕਿਵੇਂ, ਬਾਕੀ ਆਪਣੀ ਸਟੱਡੀ ਮੈਂ ਕਰਦੀ ਹਾਂ ਪੂਰੇ ਵਧੀਆ, ਤੇ ਗੇਮ ਵੀ ਕਰਦੀ ਹਾਂ, ਆਪਣਾ ਹੋਰ ਵੀ ਸਾਰਾ ਕੁਝ ਕਰਦੀ ਹਾਂ ਤਾਂ ਕਿ ਮੈਨੂੰ ਅੱਗੇ ਵਧੀਆ ਸਟੈਂਡ ਹੋ ਜਾ, ਮੈਂ ਕਿਸੇ ਦੀ ਕੋਈ ਹੈਲਪ ਦੀ ਲੋੜ ਨਾ ਪਵੇ। ਕਿਉਂਕਿ ਲੋਕਾਂ ਨੇ ਤਾਂ ਆਹੀ ਕਹਿਣਾ ਵੀ ਆਹ ਕੁੜੀ ਕਿਵੇਂ, ਇਹ ਨਹੀਂ ਦੇਖਦਾ ਵੀ ਅਗਲੇ ਦੀ ਮਜਬੂਰੀ ਕੀ ਆ। ਉਹਨਾਂ ਨੂੰ ਤਾਂ ਇਹ ਹੈ ਵੀ ਜੇ ਵਧੀਆ ਹੈਗਾ ਫਿਰ ਤਾਂ ਲੋਕੀ ਬੁਲਾ ਲੈਣਗੇ, ਜੇ ਨਹੀਂ ਆ ਫਿਰ ਤਾਂ ਕੋਈ ਪੁੱਛਦਾ ਵੀ ਨਹੀਂ। ਅੱਛਾ, ਫਿਰ ਜਿਹੜੀ ਪੜ੍ਹਾਈ ਦਾ ਖਰਚਾ ਹੋ ਗਿਆ ਜਾਂ ਤੁਹਾਡੀ ਗੇਮਸ ਦਾ ਖਰਚਾ ਹੋ ਗਿਆ, ਤੁਸੀਂ ਉਹ ਕਿੱਦਾਂ ਮੈਨੇਜ ਕਰਦੇ ਹੋ? ਉਹ ਫਿਰ ਇੱਧਰੋਂ ਹੀ ਕੱਢਣਾ ਪੈਂਦਾ, ਸਟੋਲ ਤੋਂ ਹੀ ਮੰਮੀ ਦਿੰਦੇ ਆ, ਕਿਸੇ ਤੋਂ ਲੈ ਕੇ, ਆ ਫਿਰ ਜਿਹੜੀ ਹੁੰਦੀ ਆ ਮਾੜੀ ਮੋਟੀ ਸੇਵਿੰਗ ਉਹ 'ਚੋਂ ਦੇ ਦਿੰਦੇ ਆ, ਨਹੀਂ ਤਾਂ ਫਿਰ ਜੇ ਕਈ ਵਾਰੀ ਨਹੀਂ ਹੁੰਦੇ ਫਿਰ ਨਹੀਂ ਜਾਣਾ ਹੁੰਦਾ। ਵੈਸੇ ਸੰਨੀ ਸਰ ਵੀ ਵਧੀਆ, ਉਹ ਕਈ ਵਾਰੀ ਕਹਿ ਦਿੰਦੇ ਆ ਵੀ ਕੋਈ ਨਾ ਬਾਅਦ 'ਚ ਦੇ ਦਿਓ, ਪੈਸੇ ਨਹੀਂ ਆ ਤਾਂ ਫਿਰ ਐਵੇਂ ਤਾਂ ਹੋ ਜਾਂਦਾ ਮੈਨੇਜ। ਤੁਹਾਡੇ ਕੋਚ ਤੁਹਾਡੀ ਹੈਲਪ ਕਰ ਦਿੰਦੇ ਨੇ? ਹਾਂਜੀ ਹਾਂਜੀ। ਸੋ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇਹ ਨਿਸ਼ਾ ਨਾਂ ਦੀ ਇੱਕ ਲੜਕੀ ਜੋ ਬਠਿੰਡਾ ਦੇ ਵਿੱਚ ਇੱਕ ਚਾਹ ਵੇਚਣ ਦਾ ਕੰਮ ਕਰਦੀ ਹੈ ਤੇ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਹੈਗੀ, ਤੇ ਨਾਲੇ ਇਹਨਾਂ ਨੇ ਦੱਸਿਆ ਹੈ ਕਿ ਤਾਈਕਵਾਂਡੋ ਗੇਮ ਦੀ ਨੈਸ਼ਨਲ ਪਲੇਅਰ ਵੀ ਹੈ, ਜਿਸ ਨੇ ਇਸ ਗੇਮ ਦੇ ਵਿੱਚੋਂ ਸਿਲਵਰ ਤੇ ਬ੍ਰੌਂਜ਼ ਮੈਡਲ ਵੀ ਹਾਸਲ ਕੀਤੇ ਨੇ। ਉਹਨਾਂ ਦੇ ਮਾਤਾ ਜੀ ਨੇ ਜੋ ਚਾਹ ਵੇਚਣ ਦੇ ਲਈ ਇੱਕ ਦੂਜੇ ਦੇ ਨਾਲ ਸਹਿਯੋਗੀ ਬਣਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨਾ ਕਿ ਕਿਸ ਤਰੀਕੇ ਦੇ ਹਾਲਾਤ ਨੇ ਘਰ ਦੇ ਵਿੱਚ ਤੇ ਕਿੱਦਾਂ ਇਹ ਗੁਜ਼ਾਰਾ ਕਰਦੇ ਨੇ, ਕਿੱਦਾਂ ਵਿਚਰਦੇ ਨੇ। ਇਹਨਾਂ ਦੀ ਮਾਤਾ ਜੀ ਨੇ, ਮੈਂ ਇਹਨਾਂ ਦੇ ਨਾਲ ਗੱਲਬਾਤ ਕਰ ਦਾਂਗਾ। ਸਤਿ ਸ਼੍ਰੀ ਅਕਾਲ ਜੀ। सत श्रीकाल वीरे। ਅੱਛਾ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਚਾਹ ਦਾ ਕੰਮ ਕਰਦਿਆਂ? मुझे हो रहे हैं 19 साल जा रहे हैं। कितने साल? 19 साल जा रहे हैं। 19 साल से? हाँ 19 साल हो अच्छा, क्या हालात है अभी परिवार के? रहे। बस हालात तो पता ही है आपको, जैसे मान लो करो शाम सवेरे का कमाना खाना ताज़ा, बस कभी काम हुआ तो कभी ना हुआ। इधर उधर से जैसे कमी भी हो गई, दूध वाले को देना है तो मान लो किसी से लेके पकड़ के दे दिया, फिर उसके बाद आए पैसे इसमें से फिर उसको वैसे ही वापस कर देती हूँ। बस ऐसे चली जा रहा है, क्या किया जाए। अच्छा, जो निशा के जैसे ये खर्चे हैं, इसके गेम्स के खर्चे हैं, इसके पढ़ाई के हाँ, खर्चे इसके खर्चे मान लो कि जैसे कई बार तो इसके जो गेम वाले हैं वो दे देते हैं, नहीं देते तो फिर मैं किसी न किसी से पकड़ के दे ही देती हूँ। जैसे अस्पताल में चाय जाती है, अस्पताल से ले लिया या बैंक से ले लिया या इनसे बिंदर से ले लिया, ऐसे करके मैं मतलब ले दे के काम कर देती हूँ इसका। कहीं आना जाना पैसे, या तो फिर जैसे बाई चांस मेरे पास पैसे हो गए तो 100 रुपये रोज के या बीच बीच निकाल देती हूँ, वही लेके चली जाती हूँ। बेटा कभी कभी ऐसे दे देता है पैसे कभी? बस जो उसके हुए तो दे दिया, ना हुए तो नहीं, सही जो बच गए थे। हाँ गुजारा ठीक से हो जाता है? हाँ, बस चली जा रहा है दाल रोटी, ये नहीं कि हाँ हाथ फैलाना पड़े किसी के आगे, अपना टाइम पास हो रहा। अच्छा, जो लड़के होते हैं उनको अक्सर ये कहा जाता है कि लड़के जो माँ बाप का सहारा बनते हैं, पर लेकिन यहाँ पर निशा जो अभी देख रहे हैं कि जो आपका पूरा हर काम में हाथ बटाती है, जैसे अभी चाय बनाना हो गया और सभी काम। तो सवेरे से शाम तक भी हो जाती है, और लड़का है तो सवेरे रेडी अपने बेड़े से बाहर कर देता है, 2-3 घंटा खड़ जाता है, फिर मैं उसके बाद आती हूँ, नाश्ता पानी करके मैं खड़ती हूँ, फिर उसके बाद मैं कहीं चली गई तो फिर ये खड़ जाती है, ऐसे बारी बट्टे खड़े होते। कितने बच्चे हैं आपके? 5 बच्चे हैं, 5 में 4 की शादी कर दिया, छोटी यही बच्ची। हाँ, कितनी लड़कियां कितनी हैं? लड़की 4 है, लड़का 1 ही। तो जैसे ये अभी छोटी लड़की अभी ये जो आपका सहारा बनी हुई है, हर काम के अंदर सहारा बनी हुई है, तो आपको पूरा कभी कमी महसूस होती है कि भी लड़का और होना चाहिए था? अब जो हुआ किस्मत में तो लड़का ही, मान लो लड़की है तो लड़का, लड़का है तो लड़का तो होता ही है, पर इतनी समय तो यही है लड़का मेरा दूसरे नंबर पर। और जैसे कहीं दौड़ भाग कोई काम के लिए कागज़ पत्र बनवाना सारा कुछ यही करती है।
अच्छा, कभी परेशानी हुई है कि एक लड़की है जो आपका सारा काम कर रही है, कभी देर रात को, कभी लेट हो जाती है तो फिर टेंशन हो जाती है? फिर टेंशन होती है। फिर मैंने इसको फ़ोन लेके दिया किस्तों पे, वो फ़ोन कर देती है कि मम्मी मुझे इतना टाइम लगेगा, टेंशन मत लेना। फिर मैं करती रहती हूँ अकेले अपना काम कि भाई पढ़ाई लिखाई के बाद, पढ़ाने लिखाने का मतलब ये है कि जैसे नौकरी मिल जाए तब तो ठीक है, अगर नौकरी नहीं मिलती तो मुश्किल है कि इतना पढ़ाई लिखाई में पैसे लगाओ और ना काम बने तो फिर मुश्किल होता है। क्योंकि ऐसे तो जब हमको घर का ही काम करना तो 8वीं 10वीं बहुत है, और इतना पढ़ा के नौकरी की तो उम्मीद रखी जाती है कि भाई आगे कुछ बन जाए, अपना भी सहारा हो जाए, उसका भी हो जाएगा आगे ज़िंदगी में। हाँ, बस अपने को यही चाहिए कि पढ़ लिख रही है तो कम से कम हाँ नौकरी मिल जाए, कहीं ना कहीं सेटिंग हो जाए इसकी, बस। हाँ जी। ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਇਹ ਇੱਕ ਬੱਚੀ ਹੈ ਨਿਸ਼ਾ, ਜਿਸ ਦੇ ਜੋ ਆਪਣੀ ਮਾਂ ਦੇ ਲਈ ਸਹਾਰਾ ਬਣੀ ਹੋਈ ਹੈ, ਚਾਹ ਦਾ ਕੰਮ ਕਰਦੀ ਹੈ ਤੇ ਟਾਈਕਵਾਂਡੋ ਗੇਮ ਦੀ ਨੈਸ਼ਨਲ ਪਲੇਅਰ ਵੀ ਹੈ ਤੇ ਇਹਨਾਂ ਦੇ ਇੱਕ ਦੂਜੇ ਦੇ ਲਈ ਸਹਾਰਾ ਬਣਨਾ ਹੀ ਇੱਕ ਬਹੁਤ ਵੱਡੀ ਗੱਲ ਹੈ। ਅਕਸਰ ਇਹ ਵੇਖਿਆ ਜਾਂਦਾ ਹੈਗਾ ਕਿ ਜਿਹੜੇ ਮੁੰਡੇ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈਗੀ ਘਰ ਪਰਿਵਾਰ ਦੇ ਵਿੱਚ, ਪਰ ਇੱਥੇ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕੁੜੀਆਂ ਕਿਸੇ ਦੇ ਨਾਲੋਂ ਘੱਟ ਨਹੀਂ ਹੁੰਦੀਆਂ ਹੈਗੀ, ਉਹ ਮਾਪਿਆਂ ਦਾ ਸਹਾਰਾ ਵੀ ਬਣਦੀਆਂ ਨੇ ਤੇ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਵੀ ਜੋੜਦੀਆਂ ਨੇ। ਕੈਮਰਾ ਪਰਸਨ ਰਾਜੇਸ਼ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ ਬਠਿੰਡਾ।